ਪ੍ਰੈਜ਼ੀਡੈਂਟ ਤੇ ਨਾਲ ਬਾਰ ਕੌਂਸਲ ਦੇ ਹੋਰ ਕਈ ਮੈਂਬਰ ਤੇ ਉਹਦੇ ਨਾਲ ਜੋ ਦਿੱਲੀ ਦੇ ਵਿੱਚ ਇੱਕ ਬਾਰ ਐਸੋਸੀਏਸ਼ਨ ਦੀ ਕੋਆਰਡੀਨੇਸ਼ਨ ਕਮੇਟੀ ਬਣਾਈ ਆ, ਜਿਹਦੇ ਚ ਕਿ ਜਿੰਨੀਆਂ ਬਾਰ ਐਸੋਸੀਏਸ਼ਨਸ ਨੇ ਉਹ ਸਾਰੀਆਂ ਉਹਦੀਆਂ ਮੈਂਬਰ ਨੇ। ਉਸ ਦੇ ਚੇਅਰਮੈਨ ਸੰਜੀਵ ਨਸੈਰ ਜੀ ਉਹ ਵੀ ਉਸ ਮੀਟਿੰਗ ਦੇ ਵਿੱਚ ਮੌਜੂਦ ਸੀ ਤੇ ਮੇਰੀ ਰਿਕੁਐਸਟ ਦੇ ਉੱਤੇ ਇਹ ਮੀਟਿੰਗ ਬੁਲਾਈ ਗਈ ਸੀ ਤੇ ਕਿਸਾਨ ਜੋ ਸੰਘਰਸ਼ ਦੇ ਵੱਲੋਂ ਮੈਂ ਬੇਨਤੀ ਕੀਤੀ ਸੀ ਕਿਸਾਨ ਸੰਘਰਸ਼ ਦੇ ਮੈਂਬਰ ਸਰ ਬਲਦੇਵ ਸਿੰਘ ਸਰਸਾ ਨੂੰ, ਤੇ ਬਲਦੇਵ ਸਿੰਘ ਜੀ ਅੱਜ ਆਏ ਤੇ ਆ ਕੇ ਇਹਨਾਂ ਨੂੰ ਵਕੀਲਾਂ ਦੇ ਗਰੁੱਪਾਂ ਨੂੰ ਕਿਹਾ, ਜੋ ਦਿੱਲੀ ਦੇ ਵਕੀਲਾਂ ਦੇ ਗਰੁੱਪ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਸਪੋਰਟ ਕਰੋ। ਦੋ ਤਿੰਨ ਚੀਜ਼ਾਂ ਜੋ ਉੱਥੇ ਜੋ ਮੀਟਿੰਗ ਵਿੱਚ ਹੋਈਆਂ, ਜੋ ਮੈਂ ਵੀ ਕਿਹਾ ਤੇ ਉਹਨਾਂ ਨੇ ਵੀ ਕਿਹਾ। ਪਹਿਲੀ ਗੱਲ ਤਾਂ ਜਦੋਂ ਇਹ ਸਰਕਾਰ ਕਹਿੰਦੀ ਹੈ ਕਿ ਜੀ ਇਹ ਜੋ ਬਿੱਲ ਨੇ ਇਹ ਕਿਸਾਨਾਂ ਦੇ ਹੱਕ ਵਿੱਚ ਆ ਤੇ ਇਹ ਕਿਸਾਨ ਸਮਝਦੇ ਨਹੀਂ, ਮਤਲਬ ਕਿ ਉਹ ਇਹ ਤਰ੍ਹਾਂ ਦਾ ਬਿਹੇਵ ਕੇ ਇਹਦਾ ਬੱਚੇ ਆ, ਇਹਨਾਂ ਤਾਂ ਸਮਝ ਹੀ ਨਹੀਂ। ਉਹ ਕਿਹਾ ਕਿ ਤੁਸੀਂ ਵਕੀਲ ਵਰਗੋ ਸਭ ਤੋਂ ਜ਼ਿਆਦਾ ਸਿਆਣਾ ਮੰਨੇ ਜਾਂਦੇ ਆ, ਨਾਲੇ ਉਹ ਸੀਨੀਅਰ ਐਡਵੋਕੇਟ ਨੇ, ਜੋ ਚੇਅਰਮੈਨ ਆ ਉਹ ਖੁਦ ਸੀਨੀਅਰ ਐਡਵੋਕੇਟ ਆ, ਰਮੇਸ਼ ਗੁਪਤਾ ਜੀ ਬੜੇ ਤਕੜੇ ਵਕੀਲ ਆ, ਤੇ ਜੋ ਇਹਨਾਂ ਦੇ ਪੁਰਾਣੇ ਚੇਅਰਮੈਨ ਆ ਕੇਸੀ ਮਿੱਤਰ ਉਹ ਵੀ ਸੀਨੀਅਰ ਐਡਵੋਕੇਟ ਨੇ, ਬਾਕੀ ਵੀ ਸਾਰੇ ਇਹ ਬੜੇ ਚੰਗੇ ਤਕੜੇ ਵਕੀਲ ਆ। ਵੀ ਤੁਸੀਂ ਬਿੱਲ ਐਗਜ਼ਾਮਨ ਕੀਤੇ ਆ, ਜਿਹੜਾ ਤੁਸੀਂ ਪਬਲਿਕ ਨੂੰ ਦੱਸੋ ਕਿ ਬਿੱਲ ਕਿੰਨੇ ਕੁ ਕਿਸਾਨਾਂ ਦੇ ਹੱਕ ਵਿੱਚ ਆ। ਤੇ ਉਹਨਾਂ ਨੇ ਸਾਰਿਆਂ ਨੇ ਅੱਜ ਕਿਹਾ ਕਿ ਅਸੀਂ ਇਹ ਬਿੱਲ ਪੂਰੀ ਤਰ੍ਹਾਂ ਐਗਜ਼ਾਮਨ ਕੀਤੇ ਆ, ਇਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਹਨ, ਨਾ ਇਹ ਕਿਸਾਨਾਂ ਦੇ ਹੱਕ ਵਿੱਚ ਆ, ਨਾ ਇਹ ਵਕੀਲਾਂ ਦੇ ਹੱਕ ਵਿੱਚ ਆ, ਤੇ ਨਾ ਹੀ ਇਹ ਆਮ ਜਨਤਾ ਦੇ ਹੱਕ ਵਿੱਚ ਆ। ਉਹਨਾਂ ਨੇ ਇਹ ਗੱਲ ਕਹੀ। ਅਗਲੀ ਗੱਲ ਜਿਹੜੀ ਉਹਨਾਂ ਨੇ ਸਾਹਿਬ ਬਲਦੇਵ ਸਿੰਘ ਹੋਰਾਂ ਨੇ ਉਹਨਾਂ ਨੂੰ ਕਹੀ ਕਿ ਸਾਨੂੰ ਇਹ ਡਰ ਆ ਕਿ ਹੁਣ ਇਹ ਕਿਸੇ ਨਾ ਕਿਸੇ ਤਰ੍ਹਾਂ ਉੱਥੇ ਹਿੰਸਾ ਕਰਾਉਣਗੇ, ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ। ਉੱਥੇ ਬਾਰ ਕੌਂਸਲ ਦੇ ਚੇਅਰਮੈਨ ਰਮੇਸ਼ ਗੁਪਤਾ ਜੀ ਨੇ ਮੀਡੀਆ ਨੂੰ ਬਾਈਟ ਦਿੱਤੀ ਕਿ ਅਸੀਂ ਅੱਜ ਤੱਕ ਐਡੀ ਵੱਡੀ ਐਜੀਟੇਸ਼ਨ ਇੰਨੀ ਪੀਸਫੁਲ ਕਦੇ ਨਹੀਂ ਦੇਖੀ, ਇਹ ਪੂਰੇ ਪੀਸਫੁਲ ਤਰੀਕੇ ਨਾਲ ਬੈਠੇ ਆ, ਤੇ ਜੇ ਕਿਸੇ ਤਰ੍ਹਾਂ ਦੀ ਵੀ ਕੋਸ਼ਿਸ਼ ਉੱਥੇ ਕਿਸੇ ਹਿੰਸਾ ਦੀ ਕੀਤੀ ਗਈ ਤਾਂ ਅਸੀਂ ਉਹਦੇ ਖਿਲਾਫ ਖੜੇ ਹੋਵਾਂਗੇ, ਪੂਰੀ ਤਰ੍ਹਾਂ ਸਾਰਾ ਵਕੀਲ ਵਰਗ ਉਹਦੇ ਖਿਲਾਫ ਖੜਾ ਹੋਊਗਾ। ਮਤਲਬ ਕਿ ਇਹ ਗੱਲ ਇੱਕ ਤਰ੍ਹਾਂ ਦੀ ਸਰਕਾਰ ਨੂੰ ਬਹੁਤ ਵੱਡੀ ਵਾਰਨਿੰਗ ਜਿਹੜੀ ਇਹ ਦਿੱਤੀ ਗਈ। ਮੈਨੂੰ ਇਸ ਚੀਜ਼ ਦਾ ਪਤਾ ਕਿ ਅੱਜ ਉਹ ਹਾਲਤ, ਮੈਂ ਜਦੋਂ 1984 ਤੋਂ ਮਗਰੋਂ ਦੇ ਹਾਲਤ ਦੇਖਦਾ ਉਦੋਂ ਰਾਜੀਵ ਗਾਂਧੀ ਦੀ ਸਰਕਾਰ ਇੰਨੀ ਤਕੜੀ ਸਰਕਾਰ, ਔਰ ਉਦੋਂ ਜਦੋਂ ਮੈਂ ਕੇਸ ਲੜ ਰਿਹਾ ਸੀ ਇਹ ਸੱਜਣ ਟਾਈਟਰ ਦੇ ਖਿਲਾਫ ਤੇ ਰਾਜੀਵ ਗਾਂਧੀ ਦੇ ਖਿਲਾਫ, ਉਦੋਂ ਦੀ ਜੋ ਹਾਲਤ ਸੀ, ਉਦੋਂ ਮੈਂ ਅੱਜ ਇੱਥੇ ਇਹਨਾਂ ਨੂੰ ਐਕਸਪਲੇਨ ਕਰ ਰਿਹਾ ਸੀ। ਉਦੋਂ ਅਸੀਂ ਇਹ ਸਿਵਲ ਸੁਸਾਇਟੀ ਨੂੰ ਅੱਗੇ ਲੈ ਕੇ ਕੇਸ ਲੜਦੇ ਸੀ। ਉਦੋਂ ਜਸਟਿਸ ਤਾਰਕੁੰਡੇ, ਜਸਟਿਸ ਸਿਕਰੀ ਤੇ ਇਹਨਾਂ ਵਰਗੇ ਬੰਦਿਆਂ ਨੂੰ ਨਾਲ ਲਿਆਵਾ ਸੀ, ਤੇ ਜਦੋਂ ਜਿਵੇਂ ਇਹ ਸਰਕਾਰ ਕੋਈ ਸ਼ਰਾਰਤ ਕਰਨਾ ਚਾਹੁੰਦੀ ਸੀ ਉਹ ਕਰ ਨਹੀਂ ਸੀ ਸਕਦੀ, ਨਹੀਂ ਮਤਲਬ ਕਿ ਕੀ ਇਹ ਅਲਾਓ ਕਰਦੇ ਮੈਨੂੰ ਇਹ ਕੇਸ ਕਰਨਾ। ਉਹਨਾਂ ਬੰਦਿਆਂ ਦੇ ਦਬਦਬੇ ਦੇ ਕਰਕੇ ਸਰਕਾਰ ਉਦੋਂ, ਬਲਕਿ ਨਹੀਂ ਤਾਂ ਮੈਨੂੰ ਉਗਰਵਾਦੀ ਫੜ ਕੇ ਅੰਦਰ ਉਹ ਜਸਵੰਤ ਸਿੰਘ ਖਾਲੜਾ ਵਾਲਾ ਹਾਲ ਮੇਰਾ ਕਰਨਾ ਸੀ ਇਹਨਾਂ ਨੇ, ਉਹ ਕੁਝ ਕਹਿ ਨਹੀਂ ਸਕੀ। ਅੱਜ ਇਹ ਬਹੁਤ ਜ਼ਰੂਰੀ ਸੀ ਕਿ ਜੇ ਸਰਕਾਰ ਕੋਈ ਇਹੀ ਜੀ ਸ਼ਰਾਰਤ ਕਰਨਾ ਚਾਹੁੰਦੀ ਆ ਤਾਂ ਵਕੀਲ ਵਰਗਾਂ ਵੱਲੋਂ, ਐਡੇ ਵੱਡੇ ਵਕੀਲ ਵਰਗ ਵੱਲੋਂ ਇਹ ਬਹੁਤ ਜ਼ਰੂਰੀ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਜੇ ਤੁਸੀਂ ਇਹੀ ਜੀ ਜੁਰਤ ਕੀਤੀ ਤਾਂ ਅਸੀਂ ਇਸ ਨੂੰ ਨਹੀਂ ਹੋਣ ਦੇਵਾਂਗੇ। ਅੱਜ ਉਹ ਸੁਨੇਹਾ ਉਹ ਬਾਰ ਕੌਂਸਲ ਦੇ ਚੇਅਰਮੈਨ ਨੇ ਤੇ ਜੋ ਕੋਆਰਡੀਨੇਸ਼ਨ ਕਮੇਟੀ ਸਾਰੀਆਂ ਦਿੱਲੀ ਦੀਆਂ ਬਾਰ ਐਸੋਸੀਏਸ਼ਨ ਜੋ ਸਾਰੇ ਵਕੀਲਾਂ ਦਾ, ਉਹਨਾਂ ਦੀ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਸੰਜੀਵ ਨਸੈਰ ਨੇ ਅੱਜ ਬੜੇ ਸਾਫ਼ ਲਫ਼ਜ਼ਾਂ 'ਚ ਸਿੱਧਿਆਂ 'ਚ ਕਿਹਾ ਕਿ ਇਹ ਜੋ ਪੀਸਫੁਲ ਐਜੀਟੇਸ਼ਨ ਆ ਇਹਨਾਂ ਦਾ ਹੱਕ ਬਣਦਾ, ਵਕੀਲ ਇਹਨਾਂ ਦੇ ਨਾਲ ਖੜੇ ਆ, ਤੇ ਨਾਲੇ ਜੇ ਤੁਸੀਂ ਸ਼ਰਾਰਤ ਕੀਤੀ ਤਾਂ ਅਸੀਂ ਨਹੀਂ ਹੋਣ ਦੇਵਾਂਗੇ। ਅੱਛਾ, ਤੀਜੀ ਗੱਲ ਉਹਨਾਂ ਨੂੰ ਜੋ ਅੱਜ ਅਸੀਂ ਕਿਹਾ ਕਿ ਤੁਸੀਂ ਵੀ ਇਹ ਸਰਕਾਰ ਤੋਂ ਮੰਗ ਕਰੋ ਕਿ ਸਰਕਾਰ ਇਹ ਤਿੰਨੋਂ ਬਿੱਲ ਵਾਪਸ ਲਏ। ਅੱਜ ਫਿਰ ਚੇਅਰਮੈਨ ਬਾਰ ਕੌਂਸਲ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਆ। ਪ੍ਰਧਾਨ ਮੰਤਰੀ ਨੂੰ ਚਿੱਠੀ ਇਹ ਲਿਖ ਕੇ ਕਿਹਾ ਕਿ ਇਹ ਜੋ ਅਸੀਂ ਐਗਜ਼ਾਮਨ ਕੀਤੇ ਆ ਇਹ ਤਿੰਨੋਂ ਬਿੱਲ ਜੋ ਨੇ ਇਹ ਨਾ ਕਿਸਾਨਾਂ ਦੇ ਹੱਕ 'ਚ ਆ, ਨਾ ਵਕੀਲਾਂ ਦੇ ਹੱਕ ਵਿੱਚ ਆ। ਉਹਨਾਂ ਨੇ ਕਿਹਾ ਜੀ ਤੁਸੀਂ ਕਹਿ ਰਹੇ ਹੋ ਅਸੀਂ ਗੱਲਬਾਤ ਕਰ ਰਹੇ ਹਾਂ ਗੱਲਬਾਤ ਜ਼ਰੂਰ ਕਰੋ, ਪਰ ਇਹ ਬਿੱਲਾਂ ਨੂੰ ਵਾਪਸ ਲੈ ਕੇ ਉਦੋਂ ਮਗਰੋਂ ਕਹੇ ਜਿਹੇ ਬਿੱਲ ਤੁਸੀਂ ਬਣਾਉਣੇ ਆ, ਕਿਵੇਂ ਕਿਸਾਨਾਂ ਨੂੰ ਪਹਿਲਾਂ ਤੁਸੀਂ ਉਹਨਾਂ ਨੂੰ ਕਨਵਿੰਸ ਕਰੋ
कि आ बिल तुहाडे हक विच आ, इस तरह का बिल बनाना, उन्होंने पुछ के बिल बनाया जाए। तो इस तरह करके जिहड़ी वो कहंदे अपनी अड़ी ते अपनी ईगो दे विच ना बैठो ते इन्हां नूं बिल्लां नूं तुरंत वापस लाओ। अज वो कॉल उन्होंने दित्ती आ ते प्रधानमंत्री नूं अज चिट्ठी भी लिखी है। ते जिहड़ा देखो ये 4 दिन पहला जदों खट्टर ने बयान दिता सी कि जी ये तो खालिस्तानी आ, ये तो कांग्रेस ने भेजे हुए आ, ते उदों मैं एकदम फटाफट जल्दी जल्दी उस दिन सोमवार नूं ऐतवार नूं शनिचरवार रात नूं उहदा बयान आया सी। ऐतवार नूं सवेरे अखबारां विच ते टीवी विच आया। ऐतवार नूं मैं जल्दी जल्दी 2-3 घंटे च अरेंज किया ते सुप्रीम कोर्ट दे विच वकील इकट्ठे कीते ते नाले ये कहा कि असीं किसानां दे नाल आ। ये बिल्कुल गलत गल आ, ना वो कोई उग्रवादी ने, ना कोई खालिस्तानी ने, ना ही कोई कांग्रेस के एजेंट ने, वो आम किसानों ने नाल आ। अज भी इस तरह करके वो अज उस दिन भी राजीव खोसला आए सी बार कौंसल के मैंबर, अज भी उस तरह करके ये जो मीटिंग हुई आ, मीटिंग दे विच बड़ा साफ सुनेहा अज सरकार नूं दे दिता कि जो दिल्ली का वकील वर्ग आ वो किसानां दे नाल खड़ा। ते अज उन्होंने ये भी फैसला किया कि सैटरडे नूं सवेरे मतलब कि शनिवार नूं सवेरे भी वो उत्थे जाणगे, काले कोट पा के वो उत्थे जाणगे इन्हां दे किसानां दे धरने ते उत्थे जाके उन्हां नूं विश्वास दे के आउणगे कि असीं तुहाडे नाल आ, तुहानूं घबराउण दी लोड़ नहीं, तुहानूं डरन दी लोड़ नहीं, ते बाकी दसो साडे कोलों की चाहिदा, जो भी तुहानूं होर मदद की लोड़ आ वो भी वकील करन नूं तैयार आ। तो इस तरह करके मैं आए बेनती की आ मैं इन्हां नूं कोआर्डीनेशन कमेटी नूं भी ये बेनती करदा कि इस तरह करके ना तुसीं जिन्नियां भी वर्ग ने लहदा व्यापारियों का वर्ग है, चैंबर ऑफ कमर्स है, उन्होंने भी जाके कॉन्टैक्ट करो, सिविल सोसाइटी नूं खड़े करो। जो सिविल सोसाइटी के हर एक वर्ग नूं खड़े करांगे उहदे नाल सरकार किसी तरह की बदमाशी नहीं कर सकूगी। तो इस करके बहुत जरूरी है। मैं उन्होंने कहा तुसीं 2-2 मैंबरां की ड्यूटी ला दो अपने कि वो जाके अलहदा वर्गां नूं ये कॉन्टैक्ट करन इस तरीके नाल। ते हुण अज वकील वर्ग खड़ा होया, हुण वकील वर्ग नाल जाऊ तुरूगा। तो इस तरह करके वो व्यापारियों नूं कॉन्टैक्ट करो, चैंबर ऑफ कमर्स वालों नूं कॉन्टैक्ट करो। कई लोग अपने अलहदा तौर के उत्ते अपने वल्लों किसानां दे हक्कां विच बोल रहे आ, ते इस उन्हां नूं कॉन्टैक्ट करो। जिहड़े उन्हां जो इंपोर्टेंट बंदे ने, जिहड़े अपने अपने जो प्रोफैशन दे लीडर ने, अगे हैड ने, उन्हां नूं कॉन्टैक्ट करके उन्हां नाल संपर्क करके उन्हां नूं अगे करो। देखो अज जदों ये मैं उन्हां नूं कहा कि जी मैं कोआर्डीनेशन कमेटी के मैंबर साहब आ रहे आ ते तुसीं मीटिंग करो, उन्होंने उस टाइम मीटिंग बुला ली। तो मीटिंग बुला के अज पहला उन्हों का विचार से सिर्फ चर्चा करने का, पर जो उत्थे सब ने डिस्कस किया उदों मगरों ये फैसला नाल दी नाल ही कर रहा कि ये चिट्ठी अज ही लिखो। जे असीं उदों बाद सोच विचार करते रहे तो लेट हो जूगी। तो अज ही उहदी चिट्ठी बना के प्रधानमंत्री नूं चिट्ठी ये भेज भी दी। तो उस टाइम के उत्ते अज ये अनाउंसमेंट भी करा दी, मीडिया नूं उत्थे बुला के ANI नूं बुला के उन्होंने बाइट भी दे दी सारिਆਂ ने। संजीव नसैर जो इन्हां दे कोआर्डीनेशन कमेटी के चेयरमैन ने, उन्होंने कहा मैं खुद किसान हाँ, मैनू पता साडे हरियाणे के किसान विच आ, ते किहड़े मूँह नाल तुसीं किहड़े कही जाने हो कि ये तो पंजाब के किसान आ, जाए खालिस्तानी आ, जाए ये शरारत करनगे। बिल्कुल कहते ऐसी गल नहीं, असीं टॉलरेट नहीं करांगे। तो अज दी जो डिवेलपमेंट आ मेरे मुताबिक काफ़ी वड्डी आ। तो इस तरह करके जे असीं लगे रहे तो साडा ये टीचा दूर नहीं, असीं इहनूं पूरी तरह इहनूं अपनी सफल होवांगे वाहिगुरू दी मेहर दे नाल। ते मैं इस तरह करके कहना जिथे जिथे भी तुसीं सारे बैठे हो, हर एक दा अपना अपना रोल आ, हर एक अपने अपने तरीके नाल हिस्से पाओ। जिहड़े तुसीं इहनूं मैसेज स्प्रैड कर रहे हो अगे वो भी तुसीं हिस्सा पा रहे हो, जिहड़े तुसीं बैठे हो अपने दफ्तरां में जा के गल कर रहे हो उत्थे भी जाके ये गलत फहमियां सरकार के प्रोपोगंडे नूं मीट करो। और जिहड़े यंगस्टर ने अमरजीत बैंस ने, राज बुट्टर होरां ने और ट्रैक्टर टू ट्विटर बनाया, उन्होंने बहुत वधिया काम किया, उन्होंने स्प्रैड करो। हर एक का अपना अपना रोल आ, किसी का छोटा किसी का बड़ा। तो ये बूंद बूंद करके घड़ा बनता, जिहदा एक बूंद का रोल आ वो अपनी एक बूंद विच जरूर पाओ। ये नहीं कि मेरे एक ड्रॉप के नाल की होएगा,
एक एक ड्रॉप करके साडा घड़ा भरूगा। अपना अपना रोल जिन्हां ने ਜਿਹੜੇ ਤੁਸੀਂ ਆਪਣੇ ਆਪਣੇ ਵਰਗਾਂ ਦੇ ਵਿੱਚ ਇੰਪੋਰਟੈਂਟ ਜਿਹੜੇ ਲੀਡਰ ਨੇ ਆਪਣੇ ਆਪਣੇ ਪ੍ਰੋਫੈਸ਼ਨ 'ਚ ਉਹਨਾਂ ਨੂੰ ਜਾਣਦੇ ਆ, ਉਹਨਾਂ ਨੂੰ ਕੰਟੈਕਟ ਕਰੋ। ਜਿਹੜੇ ਤੁਸੀਂ ਆਪਣੇ ਕਿਸੇ ਇੰਪੋਰਟੈਂਟ ਜੋ ਲਹਿਦਾ ਸੋਸ਼ਲ ਵਰਕਰ ਆ ਉਹਨਾਂ ਨੂੰ ਜਾਣਦੇ ਹੋ, ਉਹਨਾਂ ਨੂੰ ਕੰਟੈਕਟ ਕਰੋ ਤੇ ਉਹਨਾਂ ਨੂੰ ਕੰਟੈਕਟ ਕਰਕੇ ਇਹ ਕੋਸ਼ਿਸ਼ ਕਰੋ ਕਿ ਇਹਨਾਂ ਦੇ ਕਿਸਾਨਾਂ ਦੇ ਨਾਲ ਸੰਪਰਕ ਵਿੱਚ ਲੈ ਕੇ ਆਓ ਤਾਂ ਕਿ ਇੱਕ ਬਹੁਤ ਵੱਡੀ ਅਸੀਂ ਇੱਕ ਤਰ੍ਹਾਂ ਦੀ ਮੁਹਿੰਮ ਖੜੀ ਕਰ ਚੱਕੀਏ। ਦੇਖੋ ਇਹ ਕਿਸਾਨਾਂ ਦੇ ਅੰਦੋਲਨ 'ਚੋਂ ਸਿਵਲ ਸੁਸਾਇਟੀ ਅੱਜ ਫਿਰ ਐਕਟਿਵ ਹੋ ਰਹੀ ਹੈ। ਜਿਵੇਂ ਅੰਨਾ ਹਜ਼ਾਰੇ ਮੂਵਮੈਂਟ ਦੇ ਸਿਵਲ ਸੁਸਾਇਟੀ ਐਕਟਿਵ ਹੋਈ ਸੀ, ਅੱਜ ਕਿਸਾਨਾਂ ਦੇ ਇਹ ਜੋ ਅੰਦੋਲਨ ਦੇ ਰਾਹੀਂ ਸਿਵਲ ਸੁਸਾਇਟੀ ਫਿਰ ਐਕਟਿਵ ਹੋ ਰਹੀ ਆ। ਤਾਂ ਸਾਰੀ ਪੂਰੀ ਸਿਵਲ ਸੁਸਾਇਟੀ ਨੂੰ ਐਕਟਿਵ ਕਰੋ। ਇਹ ਗੱਲ ਇਕੱਲੇ ਕਿਸਾਨਾਂ ਦੀ ਨਹੀਂ, ਇਹ ਗੱਲ ਸਾਰੇ ਦੇਸ਼ ਦੀ ਆ, ਸਾਰੀ ਇਨਸਾਨੀਅਤ ਦੀ ਆ। ਇਹ ਇਕੱਲੇ ਕਿਸਾਨਾਂ ਦੇ ਹੱਕਾਂ ਦੀ ਗੱਲ ਨਹੀਂ ਹੈ, ਇਹ ਸਾਰੇ ਨਾਗਰਿਕਾਂ ਦੇ ਹੱਕਾਂ ਦੀ ਗੱਲ ਆ। ਤੇ ਜੇ ਅਸੀਂ ਅੱਜ ਰਾਈਟ ਟੂ ਪ੍ਰੋਟੈਸਟ ਆਪਣਾ ਖਤਮ ਕਰਵਾ ਲਿਆ ਤਾਂ ਇੱਥੇ ਡੈਮੋਕ੍ਰੇਸੀ ਨਹੀਂ ਬਚੂਗੀ। ਤੇ ਅੱਜ ਇਸ ਚੀਜ਼ ਨੂੰ ਸੋਚ ਕੇ ਚੱਲੀਏ, ਜਾ ਕੇ ਸਾਰਿਆਂ ਨੂੰ ਇਹ ਗੱਲ ਸਮਝਾਓ ਕਿ ਉਹ ਪੀਸਫੁਲ ਬੈਠੇ ਆ ਤਾਂ ਉਹਨਾਂ ਨੂੰ ਪੀਸਫੁਲ ਬੈਠਣ ਦਿਓ। ਆਪਣੇ ਆਪਣੇ ਸਿਵਲ ਸੁਸਾਇਟੀ ਨੂੰ ਐਕਟੀਵੇਟ ਕਰੋ। ਜੋ ਆਪਾਂ ਤਿਲ ਫੁੱਲ ਆਪਣਾ ਜੋ ਹਿੱਸਾ ਪਾ ਸਕਦੇ ਹਾਂ ਸਾਰੇ ਇਹਦੇ ਵਿੱਚ ਪਾਈਏ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਆਦਾਬ। ਅੱਜ ਇੱਕ